आओ सुनिए मेरी तंजानिया फेरी सफ़रनामा अंश जो कि अतरजीत कौर सूरी जी द्वारा लिखिया होया है। सफ़रनामा जदों ਆਪਾਂ सफ़र करके उसनूं लिखते हैं तो पाठक ने जो वो की करते हैं उसनूं पढ़ते हैं। ठीक है, घर बैठे ही उस देश की यात्रा कर लेंदे ने। मेरी तंजानिया फेरी नैशनल मुकम्मी पार्क तंजानिया की राजधानी दार अस सलाम तो दो हाईवे सड़कां ਵੱਖ-ਵੱਖ दिशावां विच ਜਾਂਦੀਆਂ ਹਨ। एक हाईवे दार अस सलाम तो अरुशा ਹੁੰਦੀ ਹੋਈ ਗੁਆਂਢੀ देश कीनिया ਨੂੰ ਜਾਂਦੀ है ਤੇ ਦੂਜੀ ਕੌਮੀ ਹਾਈਵੇ मोरोगोरो नगर ਤੇ ਮੁਕੰਮੀ ਨੈਸ਼ਨਲ ਪਾਰਕ ਲੰਘ ਕੇ ਤੰਜ਼ਾਨੀਆ ਦੇ ਗੁਆਂਢੀ ਦੇਸ਼ ਜ਼ਿੰਬਾਬਵੇ ਨੂੰ ਜਾਂਦੀ ਹੈ। ਅਸੀਂ ਜ਼ਿੰਬਾਬਵੇ ਵੱਲ ਜਾਂਦੀ ਨੈਸ਼ਨਲ ਹਾਈਵੇ ਉੱਤੇ ਡਰਾਈਵ ਕਰਦੇ ਹੋਏ 4 ਘੰਟੇ ਵਿੱਚ मोरोगोरो नगर ਦੇ ਇੱਕ ਗੁਜਰਾਤੀ ਹੋਟਲ ਵਿੱਚ ਜਾ ਮੁਕਾਮ ਕੀਤਾ। ਦੁਪਹਿਰ ਦਾ ਭੋਜਨ ਕਰਨ ਉਪਰੰਤ ਅਸੀਂ ਮੁਕੰਮੀ ਪਾਰਕ ਲਈ ਚਾਲੇ ਪਾ ਦਿੱਤੇ। मोरोगोरो ਤੋਂ ਮੁਕੰਮੀ ਨੈਸ਼ਨਲ ਪਾਰਕ 130 ਕਿਲੋਮੀਟਰ ਦੂਰ ਹੈ। ਸ਼ਾਮੀ 4 ਵਜੇ ਅਸੀਂ ਮੁਕੰਮੀ ਨੈਸ਼ਨਲ ਪਾਰਕ ਦੇ ਇਲਾਕੇ ਵਿੱਚ ਪ੍ਰਵੇਸ਼ ਕੀਤਾ। ਪਾਰਕ ਤੋਂ 20 ਕਿਲੋਮੀਟਰ ਪਹਿਲਾਂ ਹੀ ਸੜਕ ਉੱਤੇ ਨੈਸ਼ਨਲ ਮੁਕੰਮੀ ਪਾਰਕ ਦੀ ਜੋ ਸਥਾਨ ਸੀ ਏਰੀਆ ਸੀ ਉਹ ਸ਼ੁਰੂ ਹੋਣ ਦੇ ਆਦੇਸ਼ ਲਿਖੇ ਹੋਏ ਹਨ। ਵਾਈਲਡ ਲਾਈਫ ਹੋਣ ਕਰਕੇ ਇੱਥੇ ਕੋਈ ਵੀ ਵਾਹਨ 20 ਕਿਲੋਮੀਟਰ ਦੀ ਰਫ਼ਤਾਰ ਤੋਂ ਤੇਜ਼ ਚਲਾਉਣ ਦੀ ਮਨਾਹੀ ਹੈ। ਇਸ ਲਈ ਬੋਰਡ ਪੜ੍ਹਨ ਉਪਰੰਤ ਕਾਰ ਦੀ ਸਪੀਡ ਹੌਲੀ ਕੀਤੀ ਗਈ। ਸੜਕਾਂ ਦੇ ਦੋਹੀਂ ਪਾਸੇ ਤੱਕ ਘਾਹ ਦੇ ਮੈਦਾਨ ਤੇ ਟਾਵੇਂ-ਟਾਵੇਂ ਕੰਡਿਆਲੇ ਬਿਰਖ ਤੇ ਝਾੜੀਆਂ, ਕਿਤੇ-ਕਿਤੇ ਪੁਲ ਹੇਠੋਂ ਵਗਦੀ ਪਾਣੀ ਦੀ ਕੂਲ। ਸੱਜੇ ਪਾਸੇ ਸੈਂਕੜੇ ਹਿਰਨਾਂ ਦਾ ਝੁੰਡ ਘਾਹ ਚਰਦਾ ਵਿਖਾਈ ਦਿੱਤਾ। ਘੜੀ ਕੁ ਕਾਰ ਰੋਕ ਕੇ ਉਹਨਾਂ ਨੂੰ ਵੇਖਿਆ। ਫਿਰ ਖੱਬੇ ਪਾਸੇ ਅਨੇਕਾਂ ਜ਼ੈਬਰੇ ਮਨ ਦੀ ਮੌਜ ਵਿੱਚ ਇੱਧਰ ਉੱਧਰ ਘੁੰਮਦੇ ਵਿਖਾਈ ਦਿੱਤੇ। ਇਹ ਜੰਗਲੀ ਜੀਵ ਬੜਾ ਹੀ ਸੁੰਦਰ ਤੇ ਤੰਦਰੁਸਤ ਹੁੰਦਾ ਹੈ। ਇਸ ਦੀਆਂ ਕਾਲੇ ਰੰਗ ਦੀਆਂ ਚੌੜੀਆਂ ਧਾਰੀਆਂ ਇਉਂ ਲੱਗਦੀਆਂ ਹਨ ਜਿਵੇਂ ਕਿਸੇ ਚਿੱਤਰਕਾਰ ਨੇ ਫਿੱਤਾ ਰੱਖ ਕੇ ਬੜੀ ਨਿਪੁੰਨਤਾ ਨਾਲ ਬਣਾਈਆਂ ਹੋਣ। ਰਤਾ ਅੱਗੇ ਤਾਂ ਜੰਗਲੀ ਹਾਥੀਆਂ ਦਾ ਝੁੰਡ ਦਿਖਾਈ ਦਿੱਤਾ। ਸੜਕ ਦੇ ਨੇੜੇ ਹੀ ਕੁਝ ਹਾਥੀ ਘਾਹ ਖਾ ਰਹੇ ਸਨ ਤੇ ਕੋਲ ਕੁਝ ਵਗਦੀ ਕੂਲ ਤੋਂ ਪਾਣੀ ਪੀ ਰਹੇ ਸਨ। ਗੱਲ ਕਿ ਪਾਰਕ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜੰਗਲੀ ਜੀਵਨ ਵੇਖ ਕੇ ਸਾਡੀ ਉਤਸੁਕਤਾ ਹੋਰ ਵੀ ਵੱਧ ਗਈ। ਮੁਕੰਮੀ ਪਾਰਕ ਦੇ ਗੇਟ ਉੱਤੇ ਪਹੁੰਚ ਕੇ ਨਵਦੀਪ ਨੇ 6 ਟਿਕਟਾਂ ਲਈਆਂ। $15 ਪ੍ਰਤੀ ਜੀ ਤੇ $5 ਪ੍ਰਤੀ ਬੱਚਾ। ਕੁੱਲ $100 ਦੀਆਂ ਟਿਕਟਾਂ ਲੈ ਕੇ ਅਸੀਂ ਮੁਕੰਮੀ ਨੈਸ਼ਨਲ ਪਾਰਕ ਦਾ ਫਾਟਕ ਲੰਘੇ। ਗੇਟ ਉੱਤੇ ਖੜੇ ਕਰਮਚਾਰੀ ਨੂੰ ਸਾਡੀ ਡਰਾਈਵਰ ਨੇ ਪੁੱਛਿਆ ਕਿ ਸ਼ੇਰ ਕਿਸ ਪਾਸੇ ਹੋਣਗੇ। ਉਸਨੇ ਦੱਸਿਆ ਕਿ ਪਾਰਕ ਦੀ ਸੜਕ ਤੋਂ ਲੰਘਦੇ ਹੋਏ ਪਹਿਲਾਂ ਅਸੀਂ ਸੱਜੇ ਹੱਥ ਤੇ ਫਿਰ ਖੱਬੇ ਹੱਥ ਮੁੜੀਏ। ਮੁਕੰਮੀ ਪਾਰਕ ਨੈਸ਼ਨਲ ਪਾਰਕ ਦੇ ਅੰਦਰ ਜਾਣ ਲਈ ਕੱਚੀਆਂ ਸੜਕਾਂ ਸਨ। ਅਸੀਂ ਉਸ ਰਾਹੋਂ ਜਾਂਦੇ ਹੋਏ ਆਪਣੀਆਂ ਨਜ਼ਰਾਂ ਸੜਕ ਦੇ ਦੋਹੀਂ ਪਾਸਿਆਂ ਉੱਤੇ ਗੱਡੀਆਂ ਹੋਈਆਂ ਸਨ। ਸੜਕ ਦੇ ਸੱਜੇ ਹੱਥ ਬੇਸ਼ੁਮਾਰ ਜ਼ੈਬਰੇ ਇਕੱਠੇ ਖੜੇ ਵਿਖਾਈ ਦਿੱਤੇ। ਸਾਨੂੰ ਵੇਖ ਕੇ ਉਹ ਭੱਜ ਉੱਠੇ, ਪਰ ਉਹਨਾਂ ਦਾ ਇੱਕ ਸਾਥੀ ਸੜਕ ਦੇ ਵਿਚਕਾਰ ਖਲੋ ਕੇ ਸਾਡੀ ਨੀਅਤ ਨੂੰ ਭਾਂਪ ਰਿਹਾ ਸੀ। ਜਾਨਵਰ ਵੀ ਨਜ਼ਰ ਲਾ ਕੇ ਤੁਹਾਡੇ ਇਰਾਦੇ ਨੂੰ ਸਮਝ ਜਾਂਦਾ ਹੈ। ਜੇਕਰ ਤੁਸੀਂ ਕੇਵਲ ਉਹਨਾਂ ਨੂੰ ਦੇਖਣ ਦੀ ਇੱਛਾ ਨਾਲ ਆਏ ਹੋ ਤਾਂ ਉਹ ਕਿਸ ਇੱਕ ਪਾਸੇ ਖਲੋ ਕੇ ਤੁਹਾਨੂੰ ਵੇਖਦੇ ਰਹਿੰਦੇ ਹਨ, ਨਹੀਂ ਤਾਂ ਆਦਮੀ ਨੂੰ ਆਉਂਦਿਆਂ ਵੇਖ ਕੇ ਉਹ ਦੂਰੋਂ ਹੀ ਭੱਜ ਉੱਠਦੇ ਹਨ। ਅਸੀਂ ਥੋੜ੍ਹਾ ਅੱਗੇ ਗਏ ਤਾਂ ਸੜਕ ਦੇ ਦੋਹੀਂ ਪਾਸੇ 2 ਸੁੱਕੇ ਦਰੱਖਤਾਂ ਉੱਤੇ ਗਿਰਜਾਂ ਬੈਠੀਆਂ ਵਿਖਾਈ ਦਿੱਤੀਆਂ। ਮੈਂ ਕਿਹਾ ਕਿ ਇੱਥੇ ਜ਼ਰੂਰ ਕੋਈ ਜਾਨਵਰ ਮਰਿਆ ਹੈ। ਅਸੀਂ ਅਜੇ 10 ਕੁ ਕਦਮ ਹੀ ਅੱਗੇ ਗਏ ਸਾਂ ਕਿ ਡਰਾਈਵਰ ਨੇ ਗੱਡੀ ਰੋਕ ਦਿੱਤੀ। ਸੜਕ ਦੇ ਸੱਜੇ ਪਾਸੇ ਘਾਹ ਵਿੱਚ ਇੱਕ ਸ਼ੇਰਨੀ ਘੂਕ ਸੁੱਤੀ ਪਈ ਸੀ। ਸਾਡੇ ਸਾਹ ਸੁੱਕ ਗਏ। ਉਤਸੁਕਤਾ ਵਿੱਚ ਅਸੀਂ ਆਸੇ-ਪਾਸੇ ਵੇਖਣ ਲੱਗੇ। ਕੁਝ ਕਦਮਾਂ ਦੀ ਵਿੱਥ ਉੱਤੇ ਦਰੱਖਤ ਹੇਠ ਇੱਕ ਜਾਨਵਰ ਅੱਧਾ ਕੁ ਖਾਧਾ ਪਿਆ ਸੀ। ਉਸ ਤੋਂ ਰਤਾ ਪਰੇ ਇੱਕ ਬੱਬਰ ਸ਼ੇਰ ਘਾਹ ਵਿੱਚ ਲੇਟਿਆ ਦਿਖਾਈ ਦਿੱਤਾ। ਉਸ ਦਾ ਕੇਵਲ ਮੂੰਹ ਹੀ ਦਿਖਾਈ ਦੇ ਰਿਹਾ ਸੀ। ਸਾਡੇ ਵੱਲ ਉਹ ਇੱਕ ਅੱਖ ਨਾਲ ਵੇਖ ਰਿਹਾ ਸੀ। ਲੱਗਦਾ ਸੀ ਉਹ ਵੀ ਨੀਂਦਰ ਵਿੱਚ ਹੀ ਸੀ।
ਨਵਦੀਪ ਨੇ ਕੈਮਰਾ ਕੱਢਿਆ। ਕਾਰ ਦੀ ਖਿੜਕੀ ਦਾ ਸ਼ੀਸ਼ਾ ਖੋਲ੍ਹ ਕੇ ਉਸਨੇ ਫੋਟੋਆਂ ਖਿੱਚੀਆਂ। ਫਿਰ ਕਾਰ ਦੇ ਉੱਪਰ ਵੱਲ ਦਰਵਾਜ਼ੇ ਵਿੱਚ ਖਲੋ ਕੇ ਵੀਡੀਓ ਲਈ। ਕੁਝ ਦੇਰ ਉੱਥੇ ਹੀ ਖੜੋ ਕੇ ਅਸੀਂ ਜੰਗਲ ਦੇ ਰਾਜੇ ਬੱਬਰ ਸ਼ੇਰ ਤੇ ਉਸਦੀ ਸਾਥਣ ਸ਼ੇਰਨੀ ਨੂੰ ਨਿਹਾਰਦੇ ਰਹੇ। ਦੋਵੇਂ ਜੀ ਸ਼ਿਕਾਰ ਨਾਲ ਰੱਜ ਕੇ ਸੁੱਤੇ ਪਏ ਸਨ। ਸ਼ੇਰਨੀ ਤਾਂ ਇੰਨੀ ਕੁ ਸੁੱਤੀ ਪਈ ਸੀ ਕਿ ਉਸਨੂੰ ਸਾਡੇ ਉੱਥੇ ਹੋਣ ਦੀ ਕੋਈ ਸੁਰਤ ਨਹੀਂ ਸੀ। ਡਰਾਈਵਰ ਨੇ ਹੌਲੀ ਜਿਹੀ ਗੱਡੀ ਸਟਾਰਟ ਕੀਤੀ ਮਤੇ ਗੱਡੀ ਦੀ ਆਵਾਜ਼ ਸੁਣ ਕੇ ਉਹ ਉੱਠ ਪਏ। ਸ਼ੇਰਨੀ ਨੇ ਪਾਸਾ ਪਰਤਿਆ। ਉਹ ਪਾਸੇ ਪਰ ਹੋ ਕੇ ਮੁੜ ਨਿਸ਼ਚਿੰਤ ਹੋ ਕੇ ਸੌਂ ਗਈ। ਬੱਬਰ ਸ਼ੇਰ ਉਸੇ ਤਰ੍ਹਾਂ ਸਾਨੂੰ ਕਣਖੀਏ ਦੇਖ ਰਿਹਾ ਸੀ। ਸਾਡੇ ਕੋਲੋਂ ਉਹ ਕੇਵਲ 10-15 ਫੁੱਟ ਦੀ ਦੂਰੀ 'ਤੇ ਸਨ। ਦੋਹਾਂ ਨੂੰ ਕੁਦਰਤੀ ਵਾਤਾਵਰਨ ਵਿੱਚ ਇੰਜ ਬੇਫਿਕਰ ਵਿਚਰਦੇ ਵੇਖ ਕੇ ਅਸੀਂ ਸਾਰੇ ਖੁਸ਼ ਸਾਂ। ਸਾਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਮੁਕੰਮੀ ਪਾਰਕ ਵਿੱਚ ਵੜਦਿਆਂ ਹੀ ਸਾਨੂੰ ਸ਼ੇਰ ਤੇ ਸ਼ੇਰਨੀ ਇਕੱਠੇ ਦਿਸ ਪੈਣਗੇ। ਪਾਰਕ ਦਾ ਚੱਕਰ ਲਾਉਣ ਲਈ ਅੱਗੇ ਗਏ ਤਾਂ ਜ਼ੈਬਰੇ ਤੇ ਵਾਈਲਡ ਬੀਸਟ ਜੰਗਲੀ ਗਾਵਾਂ ਦੇ ਝੁੰਡ ਦਿਖਾਈ ਦਿੱਤੇ। ਜ਼ੈਬਰੇ ਤਾਂ ਸਾਨੂੰ ਵੇਖ ਕੇ ਉੱਥੇ ਹੀ ਖਲੋ ਗਏ, ਪਰ ਵਾਈਲਡ ਬੀਸਟ ਇੱਕ ਡਰਪੋਕ ਜਾਨਵਰ ਹੋਣ ਕਾਰਨ ਓਪਰਾ ਜਿਹਾ ਲੋਕਾਂ ਨੂੰ ਵੇਖ ਕੇ ਭੱਜ ਉੱਠਦਾ ਹੈ। ਜ਼ੈਬਰਾ ਗਰੋਹ ਦਾ ਮੁਖੀ ਬਾਕੀਆਂ ਨਾਲੋਂ ਵੱਖ ਹੋ ਕੇ ਸਾਰੀ ਸਥਿਤੀ ਨੂੰ ਭਾਂਪਦਾ ਹੈ। ਜੰਗਲੀ ਜੀਵ ਆਪਣੀ ਅਣਹੋਂਦ ਪ੍ਰਤੀ ਬੜੇ ਚੁਕੰਨ ਰਹਿੰਦੇ ਹਨ। ਜਦੋਂ ਉਹਨਾਂ ਨੂੰ ਸਾਡੇ ਵਰਗੇ ਸੈਲਾਨੀਆਂ ਨੂੰ ਵੇਖ ਕੇ ਅਹਿਸਾਸ ਹੋ ਜਾਂਦਾ ਹੈ ਤਾਂ ਉਹ ਉੱਥੇ ਹੀ ਇਤਮੀਨਾਨ ਨਾਲ ਖਲੋ ਜਾਂਦੇ ਹਨ। ਇਸ ਹਾਲਤ ਦਾ ਲਾਭ ਉਠਾਉਂਦਿਆਂ ਸਾਡੇ ਬੱਚਿਆਂ ਨੇ ਵੈਨ ਤੋਂ ਥੱਲੇ ਉਤਰ ਕੇ ਉਹਨਾਂ ਨਾਲ ਫੋਟੋਆਂ ਵੀ ਖਿਚਵਾਈਆਂ। ਹਾਲਾਂਕਿ ਥੋੜ੍ਹੀ ਹੀ ਵਿੱਥ ਉੱਤੇ ਸ਼ੇਰ ਤੇ ਸ਼ੇਰਨੀ ਨੂੰ ਅਸੀਂ ਪਿੱਛੇ ਛੱਡ ਆਏ ਸਾਂ। ਵਾਈਲਡ ਬੀਸਟ ਅਥਵਾ ਜੰਗਲੀ ਕਾਂ ਨਾਂ ਦਾ ਜਾਨਵਰ ਗੂੜ੍ਹੇ ਸਲੇਟੀ ਰੰਗ ਦਾ ਹੁੰਦਾ ਹੈ। ਉਸ ਦੀ ਧੌਣ ਅਤੇ ਸਾਰੇ ਜਿਸਮ ਉੱਤੇ ਕਾਲੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਗਰਦਨ ਉੱਤੇ ਥੋੜ੍ਹੇ ਜਿਹੇ ਵਾਲ ਅਤੇ ਸਿਰ ਉੱਤੇ ਸਿੰਗ ਹੁੰਦੇ ਹਨ। ਇਹ ਬੜਾ ਸੁਡੌਲ ਤੇ ਤੰਦਰੁਸਤ ਜੀਵ ਹੈ। ਅਸੀਂ ਸਾਹਮਣੇ ਪਾਸਿਓਂ ਆਉਂਦੀ ਹਿਰਨ ਦੀ ਡਾਰ ਵੇਖ ਕੇ ਖਲੋ ਗਏ। ਘਾਹ ਦੇ ਮੈਦਾਨ ਉੱਤੇ ਕੁਝ ਹਿਰਨ ਘਾਹ ਚਰਦੇ, ਕੁਝ ਚੁੰਗੀਆਂ ਭਰਦੇ, ਕਦੀ-ਕਦੀ ਸਾਡੇ ਵੱਲ ਵੀ ਮਾਸੂਮ ਤੇ ਮਨਮੋਹਣੀਆਂ ਅੱਖਾਂ ਚੁੱਕ ਕੇ ਵੇਖ ਲੈਂਦੇ। ਅਸੀਂ ਇਹਨਾਂ ਮਲੂਕ ਜਿਹੇ ਤੇ ਨਿਮਾਣੇ ਜੀਵਾਂ ਨੂੰ ਨਿਹਾਰਦੇ ਪ੍ਰਸੰਨ ਚਿੱਤ ਸਾਂ। ਖੱਬੇ ਪਾਸਿਓਂ 11 ਵੱਡੇ ਕੱਦਾਵਾਰ ਹਾਥੀ ਤੇ ਵਿਚਕਾਰ ਉਹਨਾਂ ਦੇ ਬੱਚੇ ਖਲੋਤੇ ਵਿਖਾਈ ਦਿੱਤੇ। ਹਾਥੀ ਜੰਗਲ ਦਾ ਸਭ ਤੋਂ ਵੱਡਾ ਜੀਵ ਹੈ। ਅਫਰੀਕਾ ਦੇ ਜੰਗਲਾਂ ਦੇ ਹਾਥੀ ਵਿਸ਼ਵ ਭਰ ਦੇ ਹਾਥੀਆਂ ਨਾਲੋਂ ਵਧੇਰੇ ਰਿਸ਼ਟ-ਪੁਸ਼ਟ ਤੇ ਕੱਦਾਵਾਰ ਮੰਨੇ ਜਾਂਦੇ ਹਨ। ਇਹ ਜੰਗਲੀ ਜੀਵ ਜਿੰਨਾ ਤਾਕਤਵਰ ਹੈ ਓਨਾ ਹੀ ਬੁੱਧੀਮਾਨ। ਇੱਥੋਂ ਤੱਕ ਕਿ ਸ਼ੇਰ ਵੀ ਹਾਥੀ ਨਾਲ ਪੰਗਾ ਲੈਣੋਂ ਡਰਦਾ ਹੈ। ਕਹਿੰਦੇ ਹਨ ਕਿ ਹਾਥੀ ਆਪਣੇ ਬੱਚਿਆਂ ਦੀ ਪਰਵਰਿਸ਼ ਅਤੇ ਦੇਖਭਾਲ ਦਾ ਬਹੁਤ ਧਿਆਨ ਰੱਖਦੇ ਹਨ। ਮੁਕੰਮੀ ਨੈਸ਼ਨਲ ਪਾਰਕ ਕੋਈ ਸੰਘਣਾ ਜੰਗਲ ਨਹੀਂ। ਇਹ ਸਾਰਾ ਮੈਦਾਨੀ ਇਲਾਕਾ ਹੈ। ਦੂਰ ਪਿੱਛੇ ਪਰਬਤੀ ਚੋਟੀਆਂ ਵਿਖਾਈ ਦਿੰਦੀਆਂ ਹਨ। ਸੈਂਕੜੇ ਮੀਲਾਂ ਵਿੱਚ ਫੈਲਿਆ ਇਹ ਸਫਾਰੀ ਪਾਰਕ ਤਨਜ਼ਾਨੀਆ ਦਾ ਇੱਕ ਦਰਮਿਆਨਾ ਜਿਹਾ ਕੌਮੀ ਨੈਸ਼ਨਲ ਪਾਰਕ ਹੈ। ਸਾਰੇ ਪਾਸੇ ਘਾਹ ਦੇ ਮੈਦਾਨ ਤੇ ਟਾਵੇਂ-ਟਾਵੇਂ ਬਿਰਖ ਹਨ। ਕਿਤੇ ਘਾਹ ਛੋਟਾ ਹੈ ਤੇ ਕਿਤੇ 5 ਫੁੱਟ ਤੱਕ ਉੱਚਾ। ਵੱਡਾ ਘਾਹ ਹਾਥੀ ਖਾਂਦੇ ਹਨ। ਉਹਨਾਂ ਪਿੱਛੇ ਬਾਕੀ ਛੋਟੇ ਜੋ ਜੀਵ ਹਨ, ਜ਼ੈਬਰੇ, ਗਾਵਾਂ, ਹਿਰਨ ਆਦਿ ਆਪਣੀ ਉਦਰ ਪੂਰਤੀ ਕਰਦੇ ਹਨ। ਜੰਗਲ ਦਾ ਆਪਣਾ ਕਾਨੂੰਨ ਹੈ। ਕਿਤੇ-ਕਿਤੇ ਸੈਲਾਨੀਆਂ ਦੀ ਸੁਵਿਧਾ ਲਈ ਘਾਹ ਜਿਹੜਾ ਉੱਚਾ ਹੁੰਦਾ ਹੈ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ ਤਾਂ ਕਿ ਜਾਨਵਰ ਦਿਸਦੇ ਰਹਿਣ। ਸਾਡਾ ਸਾਰਿਆਂ ਦਾ ਧਿਆਨ ਇੱਕ ਵਾਰੀ ਫਿਰ ਬੱਬਰ ਸ਼ੇਰ ਤੇ ਸ਼ੇਰਨੀ ਨੂੰ ਦੇਖਣ ਦਾ ਸੀ। ਅਸੀਂ ਫਿਰ ਉੱਥੇ ਹੀ ਵਾਪਸ ਪਹੁੰਚੇ। ਕਾਰ ਰੋਕੀ। ਕੀ ਦੇਖਦੇ ਹਾਂ ਕਿ ਸ਼ੇਰਨੀ ਜਾਗ ਚੁੱਕੀ ਹੈ। ਅੰਗੜਾਈ ਲੈਣ ਪਿੱਛੋਂ ਉਹ ਹੌਲੀ-ਹੌਲੀ ਉੱਠੀ, ਲੰਮੀ ਉਬਾਸੀ ਲਈ। ਫਿਰ ਉਹ ਚੁਕੰਨੀ ਹੋ ਕੇ ਸਾਨੂੰ ਵੇਖਣ ਲੱਗ ਪਈ। ਅਸੀਂ ਬੰਦ ਵੈਨ ਵਿੱਚ ਹੀ ਆਪਣੇ ਕੈਮਰੇ ਸੰਭਾਲੀ ਸੁਚੇਤ ਹੋ ਗਏ। ਜਾਂਦੀ ਵਾਰੀ ਦੋਵੇਂ ਪ੍ਰਾਣੀ ਸਾਨੂੰ ਪੂਰੀ ਤਰ੍ਹਾਂ ਵਿਖਾਈ ਨਹੀਂ ਦਿੱਤੇ, ਪਰ ਹੁਣ ਸ਼ੇਰਨੀ ਆਪਣੀ ਸ਼ਾਨਾਂ ਤੁਰਦੀ ਹੋਈ ਦਰੱਖਤ ਹੇਠ ਪਾਏ ਸ਼ਿਕਾਰ ਨੂੰ ਜੋ ਪਿਆ ਸੀ ਉੱਥੇ ਖਾਣ ਲੱਗੀ। ਇੱਧਰ-ਉੱਧਰ ਚੱਕਰ ਕੱਟ ਕੇ ਪਹਿਲਾਂ ਉਸਨੇ ਬੱਬਰ ਸ਼ੇਰ ਦੀ ਟੋਹ ਲਾਈ। ਉਸ ਵੱਲੋਂ ਨਿਸ਼ਚਿੰਤ ਹੋ ਕੇ ਅਜੇ ਉਸਨੇ ਸ਼ਿਕਾਰ ਨੂੰ ਮੂੰਹ ਲਾਇਆ ਹੀ ਸੀ ਕਿ ਘਾਹ ਵਿੱਚੋਂ ਉੱਠ ਕੇ ਸ਼ੇਰ ਦਹਾੜਦਾ ਹੋਇਆ ਉਸ ਵੱਲ ਆਇਆ।
ਸ਼ੇਰਨੀ ਮਾਯੂਸ ਹੋ ਕੇ 2-3 ਗਜ਼ ਦੀ ਵਿੱਥ ਉੱਤੇ ਜਾ ਬੈਠੀ। ਹੁਣ ਸ਼ੇਰ ਦਾ ਮੂੰਹ ਸਾਡੇ ਵੱਲ ਸੀ। ਉਹ ਸ਼ਿਕਾਰ ਖਾਣ ਲੱਗਾ, ਵਿੱਚ ਮੂੰਹ ਉੱਚਾ ਕਰਕੇ ਸਾਨੂੰ ਵੀ ਵੇਖ ਲੈਂਦਾ। ਅਸੀਂ ਹੈਰਾਨੀਜਨਕ ਹਾਲਤ ਵਿੱਚ ਉਸ ਨੂੰ ਮਾਸ ਖਾਂਦਿਆਂ ਵੇਖਣ ਲੱਗੇ। ਫੋਟੋਆਂ ਖਿੱਚੀਆਂ, ਵੀਡੀਓ ਲਈ, ਪਰ ਨਾਲ ਹੀ ਸਾਨੂੰ ਡਰ ਸੀ ਕਿ ਸ਼ੇਰ ਕਿਤੇ ਗੁੱਸਾ ਹੀ ਨਾ ਖਾ ਜਾਏ। ਮਨੀ ਕਹਿਣ ਲੱਗੀ, ਮੰਮੀ ਕੁਝ ਨਹੀਂ ਹੁੰਦਾ, ਉਸ ਨੂੰ ਪਤਾ ਏ ਕਿ ਅਸੀਂ ਉਸ ਨੂੰ ਤੰਗ ਨਹੀਂ ਕਰ ਰਹੇ, ਇਸ ਲਈ ਉਹ ਸਾਡੇ ਵੱਲੋਂ ਬੇਫਿਕਰ ਹੈ। ਅਸੀਂ ਕਿੰਨਾ ਚਿਰ ਬੱਬਰ ਸ਼ੇਰ ਨੂੰ ਮਾਸ ਖਾਂਦਿਆਂ ਵੇਖਦੇ ਰਹੇ, ਪਰ ਕੀ ਮਜਾਲ ਜੋ ਉਸਨੇ ਸ਼ੇਰਨੀ ਨੂੰ ਨੇੜੇ ਆਉਣ ਦਿੱਤਾ। ਬੱਬਰ ਸ਼ੇਰ ਆਪਣੀ ਸਰਦਾਰੀ ਜਿਤਾਉਣ ਲਈ ਇਕੱਲਾ ਹੀ ਸ਼ਿਕਾਰ ਖਾ ਰਿਹਾ ਸੀ। ਸ਼ਿਕਾਰ ਹੋਏ ਜਾਨਵਰ ਜੰਗਲੀ ਗਾਂ ਦੇ ਸਿੰਗ ਨਜ਼ਰ ਆ ਰਹੇ ਸਨ। ਦੋਵੇਂ ਜੀ ਰੱਜ ਕੇ ਖਾਣ ਪਿੱਛੋਂ ਬਾਕੀ ਬਚੇ ਮਾਸ ਦੀ ਰਖਵਾਲੀ ਕਰ ਰਹੇ ਸਨ। ਦਰੱਖਤਾਂ ਉੱਤੇ ਬੈਠੀਆਂ ਗਿਰਜਾਂ ਰੰਗ ਫਰੋਲਣ ਦੀ ਉਡੀਕ ਵਿੱਚ ਸਨ ਕਿ ਕਦੋਂ ਉਹ ਦੋਵੇਂ ਉੱਥੋਂ ਜਾਣ ਤੇ ਕਦੋਂ ਉਹ ਰਹਿੰਦ ਖੂੰਹਦ ਸਾਂਭਣ। ਸ਼ਾਮ ਹੋ ਗਈ ਸੀ। ਸੂਰਜ ਪਰਬਤ ਦੇ ਓਹਲੇ ਛੁਪ ਰਿਹਾ ਸੀ। 6:30 ਵਜੇ ਪਾਰਕ ਬੰਦ ਹੋ ਜਾਂਦਾ ਹੈ, ਇਸ ਲਈ ਸਵੇਰੇ ਫਿਰ ਆਉਣ ਲਈ ਅਸੀਂ ਵਾਪਸ ਮੋਰੋਗੋਰੋ ਨਗਰ ਲਈ ਰਵਾਨਾ ਹੋਏ। ਅਗਲੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਅਸੀਂ ਮੋਰੋਗੋਰੋ ਹੋਟਲ ਤੋਂ ਮਕਮੀ ਨੈਸ਼ਨਲ ਪਾਰਕ ਲਈ ਚੱਲੇ। ਹਾਈਵੇ ਦੀ ਸੜਕ ਖਾਲੀ ਸੀ, ਵੈਨ ਦੀ ਰਫ਼ਤਾਰ ਤੇਜ਼ ਸੀ, ਪਰ ਜਿਉਂ ਹੀ ਅਸੀਂ ਮਕਮੀ ਪਾਰਕ ਦੇ ਬਾਹਰਲੇ ਘੇਰੇ ਵਿੱਚ ਪ੍ਰਵੇਸ਼ ਕੀਤਾ ਤਾਂ ਸੜਕ ਦੇ ਇੱਕ ਪਾਸੇ ਅਣਗਿਣਤ ਜ਼ੈਬਰੇ ਵਿਖਾਈ ਦਿੱਤੇ। ਥੋੜ੍ਹਾ ਅੱਗੇ ਜਾ ਕੇ ਡਰਾਈਵਰ ਨੇ ਕਾਰ ਰੋਕੀ। ਕੀ ਵੇਖਦੇ ਹਾਂ ਕਿ ਖੱਬੇ ਹੱਥ ਸੜਕ ਦੇ ਨੇੜੇ ਦਰਜਨਾਂ ਜਿਰਾਫ ਖੜ੍ਹੇ ਸਨ। ਪਹਿਲੇ ਦਿਨ ਕੇਵਲ ਇੱਕ ਹੀ ਜਿਰਾਫ ਦੂਰੋਂ ਵਿਖਾਈ ਦਿੱਤਾ, ਪਰ ਦੂਜੇ ਦਿਨ ਅਚਾਨਕ ਇੰਨੇ ਸਾਰੇ ਜਿਰਾਫ ਇਕੱਠੇ ਵੇਖ ਕਿ ਅਸੀਂ ਬਹੁਤ ਖੁਸ਼ ਹੋਏ। ਸਾਨੂੰ ਸੰਸਾ ਸੀ ਕਿ 3500 ਕਿਲੋਮੀਟਰ ਵਿੱਚ ਫੈਲਿਆ ਹੋਇਆ ਇਹ ਪਾਰਕ। ਪਤਾ ਨਹੀਂ ਸੜਕ ਉੱਤੋਂ ਲੰਘਦਿਆਂ ਕੋਈ ਜਿਰਾਫ ਵਿਖਾਈ ਦੇਵੇ ਜਾਂ ਨਹੀਂ, ਪਰ ਇਹ ਕਿ ਇੰਨੀ ਛੇਤੀ ਸਾਡੀ ਮੁਰਾਦ ਪੂਰੀ ਹੋ ਜਾਵੇਗੀ। ਇੰਨੀ ਲੰਮੀ ਧੌਣ ਵਾਲੇ ਤੇ ਇੰਨੇ ਉੱਚੇ ਲੰਮੇ ਜੰਗਲੀ ਜੀਵ ਨੂੰ ਉਸ ਦੀ ਪ੍ਰਕਿਰਤਿਕ ਆਲੇ ਦੁਆਲੇ ਵਿੱਚ ਵਿਚਰਦੇ ਵੇਖਣਾ ਸਾਡੇ ਲਈ ਇੱਕ ਅਨੋਖਾ ਅਨੁਭਵ ਸੀ। ਸੜਕ ਦੇ ਇੰਨੇ ਨੇੜੇ ਕੇਵਲ 10-15 ਗਜ਼ ਦੀ ਦੂਰੀ ਉੱਤੋਂ ਉਹਨਾਂ ਨੂੰ ਕੰਡਿਆਲੇ ਦਰੱਖਤਾਂ ਦੇ ਪੱਤਿਆਂ ਨੂੰ ਖਾਂਦਿਆਂ ਵੇਖਣਾ। ਜਿਰਾਫ ਦੀ ਨਸਲ ਕੇਵਲ ਅਮਰੀਕਾ ਦੇ ਜੰਗਲਾਂ ਵਿੱਚ ਹੀ ਵੇਖਣ ਨੂੰ ਮਿਲਦੀ ਹੈ, ਕਿਉਂਕਿ ਅਕੇਸ਼ੀਆ ਨਾਂ ਦੇ ਕੰਡਿਆਲੇ ਬਿਰਖ ਕੇਵਲ ਇਸ ਇਲਾਕੇ ਵਿੱਚ ਹੀ ਉੱਗਦੇ ਹਨ। ਇਸ ਲਈ ਜਿਰਾਫ ਵੀ ਦੁਨੀਆ ਦੇ ਇਸ ਖਿੱਤੇ ਦੀ ਪੈਦਾਇਸ਼ ਹੈ। ਇਹ ਜਾਨਵਰ ਇੰਨਾ ਪੇਟੂ ਹੈ ਕਿ ਇੱਕ ਦਿਨ ਵਿੱਚ ਤਕਰੀਬਨ 75 ਕਿਲੋ ਹਰਿਆਵਲ ਖਾ ਜਾਂਦਾ ਹੈ। ਜਿੰਨੀ ਛੇਤੀ ਇਹ ਦਰੱਖਤ ਰੁੰਡ-ਮੁੰਡ ਕਰਦੇ ਹਨ, ਓਨੀ ਛੇਤੀ ਹੀ ਇਹ ਮੁੜ ਹਰੇ ਹੋ ਜਾਂਦੇ ਹਨ। ਇਹਨਾਂ ਦੀਆਂ ਲੰਮੀਆਂ ਗਰਦਨਾਂ ਤੇ ਨਿੱਕਾ ਜਿਹਾ ਮੂੰਹ ਇਹਨਾਂ ਨੂੰ ਦਰੱਖਤ ਦੀਆਂ ਉੱਪਰਲੀਆਂ ਟਾਹਣੀਆਂ ਤੱਕ ਪਹੁੰਚਾਉਣ ਵਿੱਚ ਸਹਾਈ ਹੁੰਦਾ ਹੈ। ਜਿਰਾਫ ਦੇ ਨਿੱਕੇ-ਨਿੱਕੇ ਕੰਨ, ਗੂੜ੍ਹੇ ਨਸਵਾਰੀ ਰੰਗ ਦੇ ਸਾਰੇ ਸਰੀਰ ਉੱਤੇ ਧੱਬੇ, ਹਲਕਾ ਕਿਰਮਚੀ ਰੰਗ, ਲੰਮੀਆਂ-ਲੰਮੀਆਂ ਲੱਤਾਂ, ਇੱਕ ਅਜਬ ਕਿਸਮ ਦਾ ਭੋਲਾ-ਭਾਲਾ ਤੇ ਸੁੰਦਰ ਜੰਗਲੀ ਜੀਵ ਆਪਣੇ ਹਾਲ ਵਿੱਚ ਮਸਤ ਰਹਿੰਦਾ ਹੈ। ਜਿੱਥੇ ਇਸ ਨੂੰ ਖੁਰਾਕ ਮਿਲੇ ਉੱਥੇ ਹੀ ਇਸ ਦਾ ਬਸੇਰਾ ਹੈ। ਖੁੰਖਾਰ ਜੀਵਾਂ ਤੋਂ ਇਹ ਬੜਾ ਡਰਦਾ ਹੈ। ਆਪਣੇ ਬੱਚਿਆਂ ਨੂੰ ਵੀ ਉਹਨਾਂ ਤੋਂ ਹੀ ਸਾਵਧਾਨ ਕਰਦਾ ਹੈ। ਅਸੀਂ ਇਹਨਾਂ ਮਾਸੂਮ ਜੀਵਾਂ ਨੂੰ ਕੁਝ ਚਿਰ ਨਿਹਾਰਨ ਪਿੱਛੋਂ ਅੱਗੇ ਚਲੇ ਗਏ। ਥੋੜ੍ਹਾ ਅੱਗੇ ਗਏ ਤਾਂ ਸੱਜੇ ਹੱਥ ਇੱਕ ਵੱਡਾ ਹਾਥੀ ਸੜਕ ਦੇ ਨੇੜੇ ਖੜ੍ਹਾ ਸੀ। ਪਹਿਲੇ ਦਿਨ ਜੋ ਕੁਝ ਦੂਰੋਂ ਦਿਸਿਆ ਸੀ, ਅਗਲੇ ਦਿਨ ਪਾਰਕ ਦੇ ਬਾਹਰ ਹੀ ਦਿਸ ਪਿਆ। ਇਸ ਦੇ ਵੱਡੇ-ਵੱਡੇ ਦੰਦ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਸਨ। ਅਫਰੀਕਾ ਦੇ ਹਾਥੀ ਭਾਰਤ ਦੇ ਹਾਥੀਆਂ ਨਾਲੋਂ ਵਧੇਰੇ ਤੰਦਰੁਸਤ ਤੇ ਕੱਦਾਵਰ ਹੁੰਦੇ ਹਨ। ਇਹਨਾਂ ਦੀ ਬੜੀ ਵੱਡੀ ਗਿਣਤੀ ਹੋਣ ਕਾਰਨ ਹਾਥੀ ਦੰਦ ਬਾਹਰਲੇ ਮੁਲਕਾਂ ਨੂੰ ਬਰਾਮਦ ਕੀਤਾ ਜਾਂਦਾ ਹੈ। ਅਸੀਂ ਖੁਸ਼-ਖੁਸ਼ ਮਕੂਮੀ ਨੈਸ਼ਨਲ ਪਾਰਕ ਅੰਦਰ ਦਾਖਲ ਹੋਏ। ਕਹਿੰਦੇ ਹਨ ਗੇਮ ਪਾਰਕ ਦੇਖਣਾ ਹੋਵੇ ਤਾਂ ਸਵੇਰੇ ਸ਼ਾਮੀ ਜਾਓ। ਸਵੇਰੇ ਜੰਗਲੀ ਜੀਵ ਬਾਹਰ ਨਿਕਲਦੇ ਹਨ। ਧੁੱਪ ਵੇਲੇ ਰੱਜ ਕੇ ਘਾਹ ਵਿੱਚ ਜਾਂ ਬਿਰਖਾਂ ਦੀ ਛਾਂ ਵਿੱਚ ਆਰਾਮ ਕਰ ਰਹੇ ਹੁੰਦੇ ਹਨ। ਦਿਨ ਢਲਣ ਵੇਲੇ ਜਦੋਂ ਦਿਨ ਢਲ ਜਾਂਦਾ ਹੈ ਤਾਂ ਉਹ ਬਾਹਰ ਤੁਰਦੇ ਫਿਰਦੇ ਦਿਖਾਈ ਦਿੰਦੇ ਹਨ। ਦੁਪਹਿਰ ਸਮੇਂ ਸਾਰੇ ਜੀਵ ਆਰਾਮ ਦੇ ਆਲਮ ਵਿੱਚ ਹੁੰਦੇ ਹਨ। ਅਸੀਂ ਸੜਕੋ ਸੜਕੀ ਹੌਲੀ-ਹੌਲੀ ਗੱਡੀ ਤੋਰੀ।
ਸਾਡੀਆਂ ਨਜ਼ਰਾਂ ਦੋਹੀਂ ਪਾਸੇ ਜੀਵ ਜੰਤੂਆਂ ਨੂੰ ਲੱਭ ਰਹੀਆਂ ਸਨ। ਜ਼ੈਬਰਾ ਤੇ ਜੰਗਲੀ ਗਾਵਾਂ ਦੀ ਹਰ ਪਾਸੇ ਭਰਮਾਰ ਸੀ, ਪਰ ਸਾਡਾ ਧਿਆਨ ਕੱਲ੍ਹ ਵਾਲੀ ਜਗ੍ਹਾ ਉੱਤੇ ਕੇਂਦਰਿਤ ਸੀ, ਜਿੱਥੇ ਅਸੀਂ ਸ਼ੇਰ ਤੇ ਸ਼ੇਰਨੀ ਦਾ ਜੋੜਾ ਵੇਖਿਆ ਸੀ। ਭਾਵੇਂ ਸਾਨੂੰ ਪਤਾ ਸੀ ਕਿ ਜੰਗਲੀ ਜੀਵ ਸਾਰਾ ਵਕਤ ਇੱਕੋ ਥਾਂ ਨਹੀਂ ਬੈਠੇ ਰਹਿੰਦੇ, ਫਿਰ ਵੀ ਸਾਡੀ ਉਤਸੁਕਤਾ ਸਾਨੂੰ ਉੱਥੇ ਲੈ ਗਈ। ਇੱਕ ਗਿਰਝ ਕਰੰਗ ਫਰੋਲ ਰਹੀ ਸੀ। ਬਾਕੀ ਗਿਰਝਾਂ ਉੱਥੋਂ ਉੱਡ ਚੁੱਕੀਆਂ ਸਨ, ਪਰ ਪਿੰਜਰ ਦਾ ਜੋ ਹਾਲ ਅਸੀਂ ਵੇਖਿਆ ਉਹ ਜੰਗਲੀ ਗਾਂ ਦੀਆਂ 2-3 ਹੱਡੀਆਂ ਤੋਂ ਸਿਵਾ ਕੁਝ ਵੀ ਨਹੀਂ ਸੀ। ਅੱਗੇ ਜਾਂਦਿਆਂ ਸੜਕ ਦੇ ਦੋਵੇਂ ਪਾਸੇ ਸੈਂਕੜੇ ਜ਼ੈਬਰੇ, ਜੰਗਲੀ ਗਾਵਾਂ ਤੇ ਹਿਰਨਾਂ ਦੀਆਂ ਡਾਰਾਂ ਧੁੱਪੇ ਬਾਹਰ ਨਿਕਲੀਆਂ ਸਨ। ਦੂਰ ਦੂਰ ਤੱਕ ਇਹ ਜੀਵ ਜੰਤੂ ਇੱਧਰ ਉੱਧਰ ਘੁੰਮ ਰਹੇ ਸਨ। ਘਾਹ ਦੀਆਂ ਕਰੁੰਬਲਾਂ ਉੱਤੇ ਰੰਗ ਬਰੰਗੀਆਂ ਸੈਂਕੜੇ ਚਿੜੀਆਂ ਬੈਠੀਆਂ ਸਨ। ਕਿਤੇ ਘਾਹ ਉੱਤੇ ਚਹਿਲ ਕਦਮੀ ਕਰ ਰਹੇ ਸੁੰਦਰ ਪੰਛੀ, ਕਿਤੇ ਜੰਗਲੀ ਬਾਂਦਰਾਂ ਦੇ ਝੁੰਡ ਮਨਮੌਜ ਵਿੱਚ ਇੱਧਰ ਉੱਧਰ ਛਲਾਂਗਾਂ ਮਾਰਦੇ ਇੱਕ ਦਰਖਤ ਤੋਂ ਦੂਜੇ ਦਰਖਤ ਵੱਲ ਜਾਂਦੇ ਮਸਤੀ ਦੇ ਮੂਡ ਦੇ ਵਿੱਚ। ਕਹਿੰਦੇ ਹਨ ਉਂਝ ਤਾਂ ਹਰ ਜੰਗਲੀ ਜੀਵ ਆਪਣੇ ਬਚਾਅ ਲਈ ਚੁਕੰਨਾ ਰਹਿੰਦਾ ਹੈ, ਪਰ ਬਾਂਦਰਾਂ ਨੂੰ ਕਿਸੇ ਆਉਣ ਵਾਲੀ ਵਿਪਤਾ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਹੈ। ਆਪ ਤਾਂ ਛਲਾਂਗ ਲਾ ਕੇ ਦਰਖਤ 'ਤੇ ਉੱਚੇ ਚੜ੍ਹ ਜਾਂਦੇ ਹਨ, ਬਾਕੀਆਂ ਨੂੰ ਵੀ ਆਵਾਜ਼ਾਂ ਨਾਲ ਉਹ ਸੁਚੇਤ ਕਰਦੇ ਹਨ। ਖੱਬੇ ਹੱਥ ਹਾਥੀਆਂ ਦਾ ਜੋ ਝੁੰਡ ਹੈ ਆਪਣੀ ਮਸਤ ਚਾਲ ਚੱਲਦਾ ਹੋਇਆ ਆ ਰਿਹਾ ਸੀ। ਅਸੀਂ ਉੱਥੇ ਠਹਿਰ ਕੇ ਉਹਨਾਂ ਦੇ ਕੋਲੋਂ ਲੰਘਣ ਦੀ ਉਡੀਕ ਕਰਨ ਲੱਗੇ। ਐਨੀ ਦੇਰ ਸਾਡੇ ਕੋਲੋਂ ਇੱਕ ਕਾਰ ਲੰਘੀ। ਸੈਲਾਨੀਆਂ ਦੇ ਖਿੜੇ ਚਿਹਰੇ ਵੇਖ ਕੇ ਅਸੀਂ ਉਹਨਾਂ ਨੂੰ ਪੁੱਛਿਆ, ਤੁਸੀਂ ਕੋਈ ਸ਼ੇਰ ਵੇਖਿਆ ਹੈ? ਇੱਕ ਨਹੀਂ, ਇਕੱਠੇ 3, ਇੱਥੋਂ ਥੋੜ੍ਹਾ ਅੱਗੇ 1 ਕਿਲੋਮੀਟਰ ਦੀ ਵਿੱਥ 'ਤੇ। ਫਿਰ ਸਾਡੇ ਕੋਲੋਂ ਲੰਘਣ ਵਾਲੀ ਹਰ ਕਾਰ ਦੇ ਸੈਲਾਨੀਆਂ ਨੇ ਸਾਨੂੰ ਇਹੀ ਸੂਚਨਾ ਦਿੱਤੀ। ਅਸੀਂ 2-3 ਮਿੰਟ ਵਿੱਚ ਉੱਥੇ ਪੁੱਜ ਗਏ। ਕੀ ਵੇਖਿਆ ਕਿ 3 ਸ਼ੇਰ ਧੁੱਪ ਵਿੱਚ ਲੰਮੇ ਪਏ ਸਨ। ਅਸੀਂ ਉਹਨਾਂ ਤੋਂ ਥੋੜ੍ਹੀ ਵਿੱਥ ਉੱਤੇ ਕਾਰ ਰੋਕੀ। 2 ਬੱਬਰ ਸ਼ੇਰ ਤੇ ਇੱਕ ਸ਼ੇਰ ਸ਼ੇਰਨੀ ਸਾਡੇ ਵੱਲ ਵੇਖ ਰਹੇ ਸਨ। ਇੱਕ ਬੱਬਰ ਸ਼ੇਰ ਨੇ ਲੰਮੀ ਉਬਾਸੀ ਲਈ। ਲੱਗਦਾ ਸੀ ਕਿ ਸ਼ਿਕਾਰ ਨਾਲ ਰੱਜੇ ਹੋਏ ਉਹ ਹੁਣ ਸੌਣਾ ਚਾਹੁੰਦੇ ਸਨ। ਅਸੀਂ ਉੱਥੇ ਹੀ ਕਾਰ ਵਿੱਚ ਬੈਠੇ ਉਹਨਾਂ ਨੂੰ ਵੇਖਦੇ ਰਹੇ। ਸਾਨੂੰ ਜਾਂਦੇ ਨਾ ਵੇਖ ਕੇ ਇੱਕ ਸ਼ੇਰ ਤੇ ਸ਼ੇਰਨੀ ਉੱਥੋਂ ਉੱਠ ਕੇ ਬੜੀ ਸ਼ਾਨਾਂ ਤੋੜ ਤੁਰਦੇ ਹੋਏ 20,000 ਦੀ ਵਿੱਥ ਤੇ ਇੱਕ ਦਰਖਤ ਦੀ ਛਾਂ ਵਿੱਚ ਜਾ ਕੇ ਲੇਟ ਗਏ। ਇਹ ਜੋੜਾ ਇੰਨਾ ਸੋਹਣਾ ਤੇ ਸਿਹਤਮੰਦ ਸੀ ਕਿ ਚਿੜੀਆ ਘਰ ਵਿੱਚ ਪਿੰਜਰੇ ਵਿੱਚ ਕੈਦ ਸ਼ੇਰ ਇਹਨਾਂ ਦਾ ਟਾਕਰੇ ਦੇ ਵਿੱਚ ਕੁਝ ਨਹੀਂ ਸੀ। ਜੋ ਮਸਤ ਤੇ ਮਜ਼ਾ ਆਜ਼ਾਦ ਫਿਜ਼ਾ ਵਿੱਚ ਰਹਿ ਕੇ ਆਪ ਸ਼ਿਕਾਰ ਮਾਰ ਕੇ ਖਾਣ ਵਿੱਚ ਹੈ, ਉਹ ਚਿੜੀਆ ਘਰਾਂ ਦੇ ਜੰਗਲਿਆਂ ਵਿੱਚ ਬੇਵੱਸੀ ਦਾ ਜੀਵਨ ਬਿਤਾਉਂਦਿਆਂ ਕਿੱਥੇ ਮਿਲਣਾ ਹੈ। ਤੇ ਮੈਂ ਸੋਚ ਰਹੀ ਸਾਂ ਕਿ ਆਜ਼ਾਦੀ ਦਾ ਹਰ ਜੀਵ ਜੰਤੂ ਦਾ ਜਨਮ ਸਿੱਧ ਅਧਿਕਾਰ ਹੈ, ਜਿਸ ਨੂੰ ਮਨੁੱਖ ਆਪਣਾ ਸਵਾਰਥ ਹਿੱਤ ਬੰਦੀ ਬਣਾ ਲੈਂਦਾ ਹੈ, ਆਪਣੇ ਆਪ ਨੂੰ ਵਧੇਰੇ ਬਲਵਾਨ ਸਾਬਤ ਕਰਨ ਲਈ। ਮਤਲਬ ਉਹ ਬਹੁਤ ਕੁਝ ਕਰਦਾ ਹੈ। ਤੇ ਜੰਗਲ ਵਿੱਚ ਰਹਿੰਦੇ ਕਿਸੇ ਵੀ ਜੀਵ ਜੰਤੂ ਨੂੰ ਵੇਖੋ, ਸੁਤੰਤਰ ਦਾ ਅਰਥ ਜੋ ਸਮਝ ਆ ਜਾਂਦੇ ਹਨ। ਕੋਈ ਜੰਗਲੀ ਜੀਵ ਸ਼ੇਰ ਜਿੰਨਾ ਸਵਾਰਥੀ, ਰੋਹਬਦਾਰ ਤੇ ਤਾਕਤਵਰ ਨਹੀਂ ਹੋ ਸਕਦਾ। ਆਪਣੇ ਸਾਥੀਆਂ ਦੇ ਜਾਣ ਪਿੱਛੋਂ ਦੂਜਾ ਬੱਬਰ ਸ਼ੇਰ ਉੱਥੇ ਲੰਮਾ ਪਿਆ ਸਾਡੇ ਵੱਲ ਵੇਖ ਰਿਹਾ ਸੀ। ਉਸ ਨੂੰ ਵੀ ਨੀਂਦਰ ਆਈ ਹੋਈ ਸੀ। ਅਸੀਂ ਉਸ ਨੂੰ ਦੇਖਦੇ ਹੋਏ ਮਹਿਸੂਸ ਕਰ ਰਹੇ ਸਾਂ ਕਿ ਆਪਣੀ ਨੀਂਦਰ ਵਿੱਚ ਵਿਘਨ ਪੈਂਦਾ ਵੇਖ ਕੇ ਕਿਤੇ ਉਹ ਗੁੱਸੇ ਵਿੱਚ ਨਾ ਆ ਜਾਏ। ਸਾਡੇ ਵੱਲ ਵੇਖਦਿਆਂ ਉਹ ਵੀ ਉੱਠਿਆ ਤੇ ਆਪਣੇ ਸਾਥੀ ਦੇ ਕੋਲ ਜਾ ਕੇ ਲੇਟ ਗਿਆ। ਉਸ ਦੇ ਦੋਵੇਂ ਸਾਥੀ ਘੂਕ ਸੁੱਤੇ ਹੋਏ ਸਨ, ਪਰ ਉਸ ਦਾ ਧਿਆਨ ਸਾਡੇ ਵੱਲ ਸੀ। ਮੇਰੇ ਵਾਰ-ਵਾਰ ਇਸਰਾਰ ਕਰਨ ਤੇ ਅਸੀਂ ਉੱਥੋਂ ਤੁਰੇ। ਅਸੀਂ ਵੇਖਿਆ ਕਿ ਸ਼ੇਰਾਂ ਤੋਂ ਕੁਝ ਗਜ਼ ਦੀ ਦੂਰੀ 'ਤੇ ਸੈਂਕੜੇ ਜੀਵ ਬੇਫਿਕਰ ਹੋ ਕੇ ਘੁੰਮ ਰਹੇ ਸਨ। ਥੋੜ੍ਹਾ ਪਰੇ ਜ਼ੈਬਰਾ ਤੇ ਜੰਗਲੀ ਗਾਵਾਂ ਸੈਂਕੜਿਆਂ ਦੀ ਗਿਣਤੀ ਵਿੱਚ ਖੜੀਆਂ ਸਨ। ਸੂਰਜ ਦੀ ਸੁਨਹਿਰੀ ਰਿਸ਼ਮਾਂ ਉਹਨਾਂ ਦੇ ਆਕਰਸ਼ਣ ਵਿੱਚ ਵਾਧਾ ਕਰ ਰਹੀਆਂ ਸਨ। ਸਭਨਾਂ ਤੋਂ ਵੱਖ ਇੱਕ ਜੰਗਲੀ ਗਾਂ ਇਕੱਲੀ ਖੜੀ ਸੀ। ਉਹ ਡਰੀ ਸਹਿਮੀ ਲਗਾਤਾਰ ਸਾਡੇ ਵੱਲ ਵੇਖ ਰਹੀ ਸੀ। ਉਸ ਨੂੰ ਦੇਖ ਕੇ ਇਉਂ ਲੱਗਾ ਜਿਵੇਂ ਉਸਦੇ ਸੰਗੀ ਸਾਥੀਆਂ ਨੇ ਫੈਸਲਾ ਕਰ ਲਿਆ ਕਿ ਉਸ ਨੂੰ ਸ਼ੇਰਾਂ ਦਾ ਭੋਜਨ ਬਣਨ ਲਈ ਭੇਜ ਦਿੱਤਾ ਸੀ।
ਸ਼ਾਇਦ ਜੰਗਲ ਵਿੱਚ ਰਹਿੰਦੇ ਹਰ ਪ੍ਰਾਣੀ ਨੂੰ ਆਪਣੀ ਹੋਣੀ ਦਾ ਅਗਾਊਂ ਪਤਾ ਲੱਗ ਜਾਂਦਾ ਹੈ। ਉਤਪਤੀ ਤੇ ਵਿਨਾਸ਼ ਦਾ ਚੱਕਰ ਲਗਾਤਾਰ ਚੱਲਦਾ ਰਹਿੰਦਾ ਹੈ। ਪ੍ਰਕਿਰਤੀ ਦਾ ਸੰਤੁਲਨ ਕਾਇਮ ਰੱਖਣ ਲਈ ਵਾਰੋ-ਵਾਰ ਸਭਨਾਂ ਨੇ ਜਾਣਾ ਹੈ। ਸ਼ੇਰ ਇਕੱਠੇ ਕਦੇ ਵਗ ਉੱਤੇ ਨਹੀਂ ਪੈਂਦੇ। ਉਸ ਨੂੰ ਤਾਂ ਆਪਣੀ ਭੁੱਖ ਮਿਟਾਉਣ ਲਈ ਕੇਵਲ ਇੱਕ ਚੀਜ਼ ਦੀ ਲੋੜ ਹੁੰਦੀ ਹੈ। ਉਹ ਆਪਣੇ ਬਾਕੀ ਸਾਥੀਆਂ ਨਾਲ ਵੰਡ ਕੇ ਖਾਂਦਾ ਹੈ। ਬਾਕੀ ਜੀਵ ਨਿਸ਼ਚਿੰਤ ਹੋ ਕੇ ਉੱਥੇ ਹੀ ਘੁੰਮਦੇ ਵਿਖਾਈ ਦਿੰਦੇ ਹਨ। ਵਗ ਵਿੱਚੋਂ ਜਿਹੜਾ ਜੀਵ ਪਛੜ ਜਾਂਦਾ ਹੈ ਉਸ ਦੀ ਮੌਤ ਨਿਸ਼ਚਿਤ ਹੈ। ਵਾਪਸੀ ਉੱਤੇ ਇੰਨੇ ਸੋਹਣੇ ਸੁਨੱਖੇ ਤੇ ਤੰਦਰੁਸਤ ਹਿਰਨਾਂ ਦੀ ਡਾਰ ਵੇਖਣ ਨੂੰ ਮਿਲੀ ਕਿ ਬਸ ਵੇਖਦੇ ਹੀ ਰਹਿ ਜਾਓ। ਉਹਨਾਂ ਦੇ ਬਦਾਮੀ ਰੰਗ ਦੇ ਮੁਲਾਇਮ ਜੁੱਸੇ ਉੱਤੇ ਗੂੜ੍ਹੀਆਂ ਨਸਵਾਰੀ ਰੰਗ ਦੀਆਂ ਧਾਰੀਆਂ ਉਹਨਾਂ ਨੂੰ ਹੋਰ ਵੀ ਸੁੰਦਰ ਬਣਾਉਂਦੀਆਂ ਸਨ। ਵੱਡੀਆਂ ਖੂਬਸੂਰਤ ਅੱਖਾਂ, ਨਿੱਕੀਆਂ ਨਿੱਕੀਆਂ ਪੂਛਾਂ ਤੇ ਪਤਲਾ ਫੁਰਤੀਲਾ ਜਿਸਮ ਇੱਕ ਵਿਲੱਖਣ ਨਜ਼ਾਰਾ ਹੈ। ਖੜੋਂਦੇ ਹਨ ਤਾਂ ਕਤਾਰ ਬਣਾ ਕੇ, ਚੁੰਗੀਆਂ ਭਰਦੇ ਹਨ ਤਾਂ ਸਾਰੇ ਇਕੱਠੇ। ਹਿਰਨੀਆਂ ਦੇ ਕੰਨ ਖੜੇ ਰਹਿੰਦੇ ਹਨ, ਹਿਰਨਾਂ ਦੇ ਸਿੰਗ ਹੁੰਦੇ ਹਨ। ਸ਼ੇਰਾਂ ਤੇ ਹੋਰ ਮਾਸਖੋਰੇ ਜਾਨਵਰਾਂ ਵਿੱਚ ਰਹਿਣ ਵਾਲਾ ਇਹ ਮਾਸੂਮ ਜੀਵ ਇੰਨਾ ਸੋਹਣਾ ਹੈ ਕਿ ਰੱਬ ਦੀ ਬਣਾਈ ਕਾਇਨਾਤ ਵੱਲ ਅਚੇਤ ਹੀ ਧਿਆਨ ਚਲਾ ਜਾਂਦਾ ਹੈ। ਮੁਕੁੰਮੀ ਨੈਸ਼ਨਲ ਪਾਰਕ ਦਾ ਚੱਕਰ ਕੱਟਦੇ ਹੋਏ ਅਸੀਂ ਹਿੱਪੋ ਪੂਲ ਅਥਵਾ ਦਰਿਆਈ ਘੋੜਿਆਂ ਦੇ ਤਲਾਬ ਵੱਲ ਗਏ। ਕੁਦਰਤ ਦੇ ਰੰਗ ਵੇਖ ਵੇਖ ਕੇ ਅਚੰਭਿਤ ਹੁੰਦੇ ਰਹੇ। ਇਹ ਜੀਵ ਇੰਨਾ ਵੱਡਾ ਤੇ ਭਾਰਾ ਹੈ ਕਿ ਦਿਨ ਦੀ ਗਰਮੀ ਤੋਂ ਆਪਣੇ ਆਪ ਨੂੰ ਰਾਹਤ ਦੇਣ ਲਈ ਸਾਰਾ ਦਿਨ ਪਾਣੀ ਵਿੱਚ ਰਹਿੰਦਾ ਹੈ ਤੇ ਰਾਤ ਨੂੰ ਬਾਹਰ ਘਾਹ ਖਾਣ ਲਈ ਨਿਕਲਦਾ ਹੈ। ਭੂਰੇ ਰੰਗਾ ਪਾਣੀ ਦਾ ਇਹ ਜੀਵ ਇੰਨਾ ਵੱਡਾ ਹੈ ਕਿ ਇੱਕ ਪਾਸੇ ਮੱਛੀਆਂ, ਮਗਰਮੱਛ ਤੇ ਹਜ਼ਾਰਾਂ ਕਿਸਮਾਂ ਦੇ ਪਾਣੀ ਦੇ ਜੀਵ ਤੇ ਦੂਜੇ ਪਾਸੇ ਦਰਿਆਈ ਘੋੜਾ ਜਿਸ ਦਾ ਕਿਸੇ ਨਾਲ ਕੋਈ ਵਾਸਤਾ ਨਹੀਂ। ਨਹਾਉਣ ਤੇ ਖਾਣਾ ਹੀ ਜਿਸ ਦਾ ਜੀਵਨ ਹੈ। ਜੰਗਲ ਵਿੱਚ ਲੱਖਾਂ ਪ੍ਰਾਣੀਆਂ ਦੀ ਪਾਲਣਹਾਰ ਕੁਦਰਤ ਨੂੰ ਅਸੀਂ ਨਮਸਕਾਰ ਕਰਦੇ ਰਹੇ। ਦਰੱਖਤਾਂ ਦੇ ਪੱਤੇ, ਕੰਡੇ, ਫਲ ਫੁੱਲ, ਕੀੜੇ ਮਕੌੜੇ, ਘਾਹ, ਪਾਣੀ, ਸ਼ਿਕਾਰ, ਹਵਾ, ਮੀਂਹ ਤੇ ਧੁੱਪ ਇੱਕੋ ਥਾਂ ਲੋੜ ਅਨੁਸਾਰ ਮਿਕਦਾਰ ਵਿੱਚ ਮੌਜੂਦ ਹਨ। ਕੋਈ ਕਿਸੇ ਜੀਵ ਦੀ ਦੇਖਭਾਲ ਨਹੀਂ ਕਰਦਾ। ਇਹ ਜੀਵ ਇਉਂ ਸਭ ਪਾਸੇ ਤੋਂ ਬੇਫਿਕਰ ਆਪਣੇ ਚੌਗਿਰਦੇ ਵਿੱਚ ਰੱਬ ਦੇ ਰੰਗ ਵਿੱਚ ਮਸਤ ਹਨ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਯਾਦ ਆ ਰਹੀ ਸੀ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਖਿਆ। ਅਸੀਂ ਪਾਰਕ ਦਾ ਚੱਕਰ ਲਾ ਕੇ ਬੜੇ ਸੰਤੁਸ਼ਟ ਵਾਪਸ ਮੋਰੋਗੋਰੋ ਲਈ ਚੱਲੇ। ਦੁਪਹਿਰ ਦਾ ਖਾਣਾ ਖਾਣ ਪਿੱਛੋਂ ਦਾਰ ਅਸ ਸਲਾਮ ਵੱਲ ਜੋ ਵਾਪਸੀ ਦਾ ਸਫ਼ਰ ਆਰੰਭ ਕੀਤਾ। ਸੋ ਇਹ ਸੀ ਬੱਚਿਓ ਪਾਰਕ ਦੀ ਸੈਰ। ਮੈਨੂੰ ਯਕੀਨ ਹੈ ਕਿ ਤੁਸੀਂ ਬੜੀ ਚਾਅ ਨਾਲ ਕੀਤੀ ਹੋਏਗੀ ਤੇ ਹੁਣ ਆਪਾਂ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਆਪਾਂ ਪ੍ਰਸ਼ਨ ਉੱਤਰ ਕਰਾਂਗੇ ਵੱਡੇ ਪ੍ਰਸ਼ਨ ਉੱਤਰ। ਠੀਕ ਹੈ ਬੱਚਿਓ। ਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਜ਼ੈਬਰਾ ਤੇ ਵਾਈਲਡ ਬੀਸਟ ਬਾਰੇ ਲੇਖਕਾਂ ਨੇ ਕੀ ਜਾਣਕਾਰੀ ਦਿੱਤੀ? ਜ਼ੈਬਰਾ ਅਫਰੀਕਾ ਦਾ ਇੱਕ ਜੰਗਲੀ ਜੀਵ ਹੈ ਜੋ ਕਿ ਝੁੰਡਾਂ ਵਿੱਚ ਰਹਿੰਦਾ ਹੈ। ਇੱਕ ਡਰਪੋਕ ਜਾਨਵਰ ਹੈ। ਇਹ ਆਮ ਕਰਕੇ ਆਦਮੀ ਨੂੰ ਦੇਖ ਕੇ ਭੱਜ ਉੱਠਦੇ ਹਨ। ਇਹਨਾਂ ਦਾ ਮੁਖੀ ਬਾਕੀ ਗਰੋਹ ਤੋਂ ਵੱਖ ਹੋ ਕੇ ਸਥਿਤੀ ਨੂੰ ਭਾਂਪਦਾ ਹੈ। ਜੇਕਰ ਉਸ ਨੂੰ ਕੋਈ ਖਤਰਾ ਜਾਪੇ ਤਾਂ ਸਾਰੇ ਖੜੇ ਰਹਿੰਦੇ ਹਨ। ਇਹ ਘਾਹ ਖਾਣ ਵਾਲਾ ਜਾਨਵਰ ਹੈ। ਇਹ ਸੁੰਦਰ ਤੇ ਤੰਦਰੁਸਤ ਜੀਵ ਹੈ। ਇਸ ਦੇ ਸਰੀਰ ਦੇ ਉੱਪਰ ਕਾਲੇ ਰੰਗ ਦੀਆਂ ਚੌੜੀਆਂ ਧਾਰੀਆਂ ਇਉਂ ਲੱਗਦੀਆਂ ਹਨ ਜਿਵੇਂ ਕਿਸੇ ਚਿੱਤਰਕਾਰ ਨੇ ਫਿੱਤਾ ਰੱਖ ਕੇ ਬੜੀ ਹੀ ਨਿਪੁੰਨਤਾ ਨਾਲ ਬਣਾਈਆਂ ਹੋਣ। ਵਾਈਲਡ ਬੀਸਟ ਜਾਂ ਜੰਗਲੀ ਗਾਵਾਂ ਜੋ ਹੁੰਦੀਆਂ ਹਨ ਉਹ ਝੁੰਡਾਂ ਦੇ ਵਿੱਚ ਰਹਿੰਦੀਆਂ ਹਨ। ਇਹਨਾਂ ਦਾ ਰੰਗ ਗੂੜਾ ਸਲੇਟੀ ਹੁੰਦਾ ਹੈ। ਇਸ ਦੀ ਧੌਣ ਅਤੇ ਸਾਰੇ ਜਿਸਮ ਉੱਤੇ ਕਾਲੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਗਰਦਨ ਉੱਤੇ ਥੋੜ੍ਹੇ ਜਿਹੇ ਵਾਲ ਹੁੰਦੇ ਹਨ। ਇਹ ਬੜਾ ਸੁਡੌਲ ਤੇ ਤੰਦਰੁਸਤ ਜੀਵ ਹੈ। ਹਿਰਨਾਂ ਦੀ ਡਾਰ ਦੇਖ ਕੇ ਲੇਖਕਾਂ ਦੇ ਸਾਥੀਆਂ ਨੇ ਕੀ ਮਹਿਸੂਸ ਕੀਤਾ? ਹਿਰਨਾਂ ਦੀ ਡਾਰ ਦੇਖ ਕੇ ਲੇਖਕਾਂ ਤੇ ਉਸਦੇ ਸਾਥੀਆਂ ਨੇ ਬਹੁਤ ਹੈਰਾਨੀ ਮਹਿਸੂਸ ਕੀਤੀ ਅਤੇ ਉਹ ਬਦਾਮੀ ਰੰਗ ਦੇ ਮੁਲਾਇਮ ਜੁੱਸਿਆਂ ਉੱਤੇ ਗੂੜ੍ਹੀਆਂ ਨਸਵਾਰੀ ਰੰਗ ਦੀਆਂ ਧਾਰੀਆਂ ਉਹਨਾਂ ਨੂੰ ਬਹੁਤ ਸੋਹਣੀਆਂ ਲੱਗ ਰਹੀਆਂ ਸਨ। ਜਿਸਮ ਉਹਨਾਂ ਦਾ ਫੁਰਤੀਲਾ ਲੱਗ ਰਿਹਾ ਸੀ। ਕਤਾਰਾਂ ਦੀ ਕਤਾਰਾਂ ਦੇ ਵਿੱਚ ਉਹ ਖੜੇ ਸਨ। ਸਿਰ ਦੇ ਉੱਪਰ ਬਹੁਤ ਸੋਹਣੇ ਸਿੰਗ ਸਨ ਤੇ ਕੰਨ ਖੜੇ ਸਨ। ਠੀਕ ਹੈ ਨਾ। ਤੇ ਮਾਸਾਖੋਰੀ ਜਾਨਵਰਾਂ ਵਿੱਚ ਰਹਿਣ ਵਾਲੇ ਇਹ ਜੀਵ ਦੇਖ ਕੇ ਉਹਨਾਂ ਨੇ ਆਤਮਾ ਜੋ ਕੁਦਰਤ ਦੀ ਕਾਦਰ ਹੈ ਉਸ ਤੋਂ ਬਲਿਹਾਰੇ ਜਾਣ ਨੂੰ ਕੀਤੀ। ਮੁਕੁੰਮੀ ਨੈਸ਼ਨਲ ਪਾਰਕ ਦੀ ਭੂਗੋਲਿਕ ਸਥਿਤੀ ਬਾਰੇ ਦੱਸੋ। ਮੁਕੁੰਮੀ ਨੈਸ਼ਨਲ ਪਾਰਕ ਤਨਜ਼ਾਨੀਆ ਦੀ ਰਾਜਧਾਨੀ ਦਾਰ ਅਸ ਸਲਾਮ ਤੋਂ ਜ਼ਿੰਬਾਬਵੇ ਨੂੰ ਜਾਂਦੀ ਹੋਈ ਹਾਈਵੇ ਉੱਪਰ ਮੋਰੋਗੋਰੋ ਨਗਰ ਤੋਂ 130 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਸ਼ੇਰ ਤੇ ਸ਼ੇਰਨੀ ਦੇ ਮਾਸ ਖਾਣ ਵਾਲੀ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਸ਼ੇਰ ਤੇ ਸ਼ੇਰਨੀ ਜਦੋਂ ਮਾਸ ਖਾ ਰਹੇ ਸੀ, ਠੀਕ ਹੈ, ਸ਼ੇਰਨੀ ਘੂਕ ਸੁੱਤੀ ਪਈ ਸੀ
ਤੇ ਜਦੋਂ ਸ਼ੇਰਨੀ ਉੱਠ ਕੇ ਮਾंस ਖਾਣ ਲੱਗੀ ਤਾਂ ਸ਼ੇਰ ਦੂਰੋਂ ਭੱਜ ਕੇ, ਜੋ ਬੱਬਰ ਸ਼ੇਰ ਸੀ, ਦਹਾੜਦਾ ਹੋਇਆ ਆਇਆ। ਸ਼ੇਰਨੀ ਮਾਯੂਸ ਹੋ ਕੇ 2-3 ਗਜ਼ ਦੀ ਦੂਰੀ ਤੇ ਜਾ ਬੈਠੀ। ਸ਼ੇਰ ਫੇਰ ਮਾंस ਖਾਣ ਲੱਗ ਪਿਆ ਤੇ ਨਾਲ ਹੀ ਉਹ ਉਹਨਾਂ ਦੇ ਜਿਹੜੇ ਸੈਲਾਨੀ ਸਨ, ਲੇਖਿਕਾ ਤੇ ਉਸਦੇ ਸਾਥੀਆਂ ਵੱਲ ਵੇਖਦਾ ਰਿਹਾ। ਉਹ ਆਪਣੀ ਸਰਦਾਰੀ ਜਤਾਉਂਦਾ ਸੀ ਤੇ ਅੰਤ ਦੇ ਵਿੱਚ ਦੋਵੇਂ ਨੇ ਰੱਜ ਕੇ ਮਾंस ਖਾਧਾ ਤੇ ਫਿਰ ਉਹ ਸੌਂ ਗਏ। ਤੇ ਨਵਦੀਪ ਨੇ ਫੋਟੋਆਂ ਖਿੱਚੀਆਂ। ਠੀਕ ਹੈ। ਅਫਰੀਕਾ ਦੇ ਜਿਰਾਫ ਦੇ ਬਾਰੇ ਲੇਖਕਾਂ ਨੇ ਕਿਹੜੀ ਜਾਣਕਾਰੀ ਦਿੱਤੀ? ਜਿਰਾਫ ਅਫਰੀਕਾ ਦੇ ਜੰਗਲਾਂ ਦੇ ਵਿੱਚ ਮਿਲਦਾ ਹੈ, ਕਿਉਂਕਿ ਅਕੇਸ਼ੀਆ ਨਾਂ ਦੇ ਕੰਡਿਆਲੇ ਰੁੱਖ ਇਸ ਖੇਤਰ ਵਿੱਚ ਹੁੰਦੇ ਹਨ। ਇਹ ਜਿਰਾਫ ਖਾਂਦੇ ਹਨ। ਇਹਨਾਂ ਦੇ ਝੁੰਡਾਂ ਦੇ ਝੁੰਡ ਹੁੰਦੇ ਹਨ। ਇਹ ਪੇਟੂ ਜਾਨਵਰ ਹੈ। ਇੱਕ ਦਿਨ ਦੇ ਵਿੱਚ 75 ਕਿਲੋ ਹਰਿਆਵਲ ਖਾ ਜਾਂਦਾ ਹੈ। ਇਹਨਾਂ ਦੀ ਗਰਦਨਾਂ ਲੰਮੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਇਹ ਉੱਚੀ ਹੋ ਕੇ ਖਾਂਦੇ ਹਨ। ਬਹੁਤ ਸੁੰਦਰ ਹਨ। ਸਰੀਰ ਦਾ ਰੰਗ ਹਲਕਾ ਕਿਰਮਚੀ ਤੇ ਉੱਪਰ ਗੂੜੇ ਨਸਵਾਰੀ ਰੰਗ ਦੇ ਧੱਬੇ ਹੁੰਦੇ ਹਨ। ਇਹਨਾਂ ਦੀਆਂ ਲੱਤਾਂ ਲੰਮੀਆਂ ਹੁੰਦੀਆਂ ਹਨ। ਇਹ ਭੋਲਾ ਭਾਲਾ ਸੁੰਦਰ ਜੀਵ ਹੈ ਜੋ ਆਪਣੇ ਆਪ ਦੇ ਵਿੱਚ ਮਸਤ ਰਹਿੰਦਾ ਹੈ ਤੇ ਨਾਲ ਦੀ ਨਾਲ ਇਹ ਖੁੰਖਾਰੂ ਜਾਨਵਰਾਂ ਤੋਂ ਡਰਦਾ ਹੈ ਤੇ ਬੱਚਿਆਂ ਨੂੰ ਵੀ ਸਾਵਧਾਨ ਕਰਦਾ ਹੈ। ਤੇ ਹੁਣ ਆਪਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰਦੇ ਹਾਂ। ਨੈਸ਼ਨਲ ਮਕੂਮੀ ਪਾਰਕ ਸਫ਼ਰਨਾਮਾ ਅੰਸ਼ ਕਿਹਨਾਂ ਨੇ ਲਿਖਿਆ ਹੈ? ਅਤਰਜੀਤ ਕੌਰ ਸੂਰੀ ਜੀ ਨੇ। ਇਹ ਕਿਹੜੇ ਸਫ਼ਰਨਾਮੇ ਦਾ ਅੰਸ਼ ਹੈ? ਮੇਰੀ ਤਨਜ਼ਾਨੀਆ ਫੇਰੀ। ਤਨਜ਼ਾਨੀਆ ਦੀ ਰਾਜਧਾਨੀ ਦਾ ਨਾਮ ਦੱਸੋ? ਦਾਰ ਅਸ ਸਲਮ। ਲੇਖਕਾਂ ਨੇ ਮੋਰੋਗੋਰੋ ਵਿਖੇ ਕਿਹੜੇ ਹੋਟਲ ਵਿੱਚ ਟਿਕਾਣਾ ਕੀਤਾ? ਇੱਕ ਗੁਜਰਾਤੀ ਹੋਟਲ ਦੇ ਵਿੱਚ। ਮੋਰੋਗੋਰੋ ਤੋਂ ਪਾਰਕ ਕਿੰਨੀ ਕੁ ਦੂਰੀ 'ਤੇ ਸੀ? 130। ਪਾਰਕ ਦੇਖਣ ਲਈ ਟਿਕਟ ਦਾ ਰੇਟ ਕਿੰਨਾ ਸੀ? $15 ਪ੍ਰਤੀ ਜੀ ਤੇ $5 ਪ੍ਰਤੀ ਬੱਚਾ। ਸੁੱਕੇ ਦਰੱਖਤਾਂ ਉੱਤੇ ਕੀ ਬੈਠਾ ਸੀ? ਗਿਰਜਾਂ ਦਾ ਝੁੰਡ। ਸੁੱਤੇ ਹੋਏ ਸ਼ੇਰ ਤੇ ਸ਼ੇਰਨੀ ਦੀਆਂ ਫੋਟੋਆਂ ਕਿਸਨੇ ਖਿੱਚੀਆਂ? ਨਵਦੀਪ ਨੇ। ਲੇਖਕਾਂ ਨੇ ਜੰਗਲੀ ਕਾਂ ਦਾ ਜੋ ਜਾਨਵਰ ਹੈ ਉਸ ਨੂੰ ਕੀ ਕਿਹਾ? ਵਾਈਲਡ ਬੀਸਟ। ਠੀਕ ਹੈ ਨਾ। ਤੇ ਅਫਰੀਕਾ ਦਾ ਕਿਹੜਾ ਜੰਗਲੀ ਜਾਨਵਰ ਵਿਸ਼ਵ ਭਰ ਵਿੱਚ ਵਧੇਰੇ ਰਿਸ਼ਟ ਪੁਸ਼ਟ ਅਤੇ ਕੱਦਾਵਰ ਮੰਨਿਆ ਜਾਂਦਾ ਹੈ? ਅਫਰੀਕਾ ਦੇ ਜੰਗਲੀ ਹਾਥੀ। ਵੱਡਾ ਘਾਹ ਕਿਹੜੇ ਜਾਨਵਰ ਖਾਂਦੇ ਹਨ? ਹਾਥੀ। ਸ਼ੇਰ ਅਤੇ ਸ਼ੇਰਨੀ ਨੇ ਕਿਹੜੇ ਜਾਨਵਰ ਦਾ ਮਾंस ਖਾਧਾ? ਜੰਗਲੀ ਕਾਂ ਦਾ। ਪਾਰਕ ਸ਼ਾਮੀ ਕਿੰਨੇ ਵਜੇ ਬੰਦ ਹੋ ਜਾਂਦਾ ਸੀ? 6:30 ਵਜੇ। ਕੰਡਿਆਲੇ ਦਰੱਖਤਾਂ ਦੇ ਪੱਤਿਆਂ ਨੂੰ ਕਿਹੜਾ ਜਾਨਵਰ ਖਾ ਰਿਹਾ ਸੀ? ਜਿਰਾਫ। ਜਿਰਾਫ ਕਿਹੜੇ ਰੁੱਖ ਦੇ ਪੱਤੇ ਖਾਂਦਾ ਸੀ? ਅਕੇਸ਼ੀਆ। ਕੰਡਿਆਲਾ ਦਰੱਖਤ ਕਿਹੜਾ ਹੈ? ਅਕੇਸ਼ੀਆ। ਜਿਰਾਫ ਇੱਕ ਦਿਨ ਵਿੱਚ ਕਿੰਨੇ ਹਰਿਆਵਲ ਖਾ ਜਾਂਦਾ ਹੈ? 75 ਕਿਲੋ। ਸੈਂਕੜੇ ਰੰਗ ਬਰੰਗੀਆਂ ਚਿੜੀਆਂ ਕਿੱਥੇ ਬੈਠੀਆਂ ਸਨ? ਘਾਹ ਦੀਆਂ ਕਰੂੰਬਲਾਂ ਉੱਤੇ। ਨਹਾਉਣ ਤੇ ਖਾਣਾ ਹੀ ਕਿਸ ਜਾਨਵਰ ਦਾ ਕੰਮ ਹੈ? ਦਰਿਆਈ ਘੋੜੀ ਦਾ। ਰੱਬ ਦੇ ਰੰਗ ਵਿੱਚ ਮਸਤ ਜੀਵ ਦੇਖ ਕੇ ਲੇਖਕਾਂ ਨੂੰ ਕਿਹੜੇ ਗੁਰੂ ਸਾਹਿਬ ਦੀ ਬਾਣੀ ਯਾਦ ਆ ਗਈ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। ਸੋ ਬੱਚਿਓ, ਇਹ ਸੀ ਆਪਣਾ ਸਫ਼ਰਨਾਮਾ ਅੰਸ਼। ਠੀਕ ਹੈ। ਤੇ ਆਪਾਂ ਤਨਜ਼ਾਨੀਆ ਦੀ ਸੈਰ ਕਰ ਲਈ ਹੈ, ਪਾਰਕ ਦੇਖ ਲਿਆ ਏ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆਇਆ ਹੋਵੇਗਾ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।